ਸੰਗੀਤਾ ਜੀ ਫਟਾਫਟ ਆਪਣੇ ਕਮਰੇ ਵਿੱਚ ਆਈ ਅਤੇ ਸ਼ਾਮ ਜੀ ਨੂੰ ਜਗਾਇਆ। ਸ਼ਾਮ ਜੀ ਜਲਦੀ ਨਾਲ ਉੱਠੋ। ਉੱਠਦੇ ਸਾਰ ਹੀ ਘੜੀ ਵੱਲ ਸ਼ਾਮ ਜੀ ਨੇ ਦੇਖਿਆ ਤੇ ਕਹਿਣ ਲੱਗੇ ਹਾਲੇ ਤਾਂ ਸਵੇਰ ਦੇ 7 ਵੱਜ ਰਹੇ ਨੇ। ਆਪਣੀਆਂ ਅੱਖਾਂ ਨੂੰ ਮਲਦੇ ਹੋਏ ਸ਼ਾਮ ਜੀ ਨੇ ਸੰਗੀਤਾ ਜੀ ਨੂੰ ਕਿਹਾ। ਉਹਨਾਂ ਨੇ ਕਿਹਾ ਕਿ ਅੱਜ ਤੈਨੂੰ ਕੀ ਹੋ ਗਿਆ? ਮੈਂ ਤੈਨੂੰ ਕਹਿ ਕੇ ਸੋਇਆ ਸੀ ਕਿ ਮੈਨੂੰ ਜਲਦੀ ਨਾ ਉਠਾਈ। ਰਾਤ ਮੈਂ ਬਹੁਤ ਜ਼ਰੂਰੀ ਕੰਮ ਕਰ ਰਿਹਾ ਸੀ, ਇਸ ਕਰਕੇ ਮੈਂ ਲੇਟ ਸੁੱਤਾ ਸੀ। ਤੈਨੂੰ ਪਤਾ ਹੈ ਜੇ ਮੇਰੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਮੈਂ ਸਾਰਾ ਦਿਨ ਪਰੇਸ਼ਾਨ ਰਹਿਣਾ। ਹੁਣ ਮੈਂ ਸਾਰਾ ਦਿਨ ਪਰੇਸ਼ਾਨ ਰਹਾਂਗਾ। ਸ਼ਾਮ ਲਾਲ ਜੀ ਦੀ ਗੱਲ ਸੁਣ ਕੇ ਸੰਗੀਤਾ ਜੀ ਨੇ ਘਬਰਾਉਂਦੇ ਹੋਏ ਕਿਹਾ, ਤੁਹਾਨੂੰ ਸੌਣ ਦੀ ਪਈ ਹੈ, ਜਲਦੀ ਨਾਲ ਉੱਠੋ। ਕਵਿਤਾ ਦੇ ਸਹੁਰਿਆਂ ਤੋਂ ਫੋਨ ਆਇਆ ਹੈ। ਕਵਿਤਾ ਦਾ ਨਾਂ ਸੁਣਦੇ ਹੀ ਸ਼ਾਮ ਲਾਲ ਜੀ ਦੀਆਂ ਅੱਖਾਂ ਵਿੱਚੋਂ ਨੀਂਦ ਇੱਕਦਮ ਭੱਜ ਗਈ। ਕਹਿਣ ਲੱਗੇ ਕੀ ਹੋ ਗਿਆ? ਇੰਨੀ ਸਵੇਰੇ ਫੋਨ ਕਿੱਦਾਂ ਆ ਗਿਆ? ਸਭ ਕੁਝ ਠੀਕ ਤਾਂ ਹੈ? ਸੰਗੀਤਾ ਜੀ ਨੇ ਕਿਹਾ, ਜੀ ਕੁਝ ਵੀ ਠੀਕ ਨਹੀਂ ਹੈਗਾ। ਸਾਡੇ ਜਮਾਈ ਨੇ ਸਾਨੂੰ ਬੁਲਾਇਆ ਹੈ। ਪਤਾ ਨਹੀਂ ਕੀ ਗੱਲ ਹੋ ਗਈ ਹੈ। ਮੈਂ ਪੁੱਛਿਆ ਸੀ ਪਰ ਕੁਝ ਜਵਾਬ ਨਹੀਂ ਦਿੱਤਾ। ਇੱਕ ਵਾਰੀ ਤੁਸੀਂ ਫੋਨ ਕਰਕੇ ਤਾਂ ਪੁੱਛੋ ਤਾਂ ਸਹੀ। ਸੰਗੀਤਾ ਜੀ ਦੇ ਕਹਿਣ ਤੇ ਸ਼ਾਮ ਲਾਲ ਜੀ ਨੇ ਫੋਨ ਮਿਲਾਇਆ। ਜਦੋਂ ਉਹਨਾਂ ਦੇ ਆਪਣੇ ਜਮਾਈ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਹੀ ਨਾ ਚੁੱਕਿਆ। ਸ਼ਾਮ ਲਾਲ ਜੀ ਨੇ 2-3 ਵਾਰੀ ਫੋਨ ਮਿਲਾਇਆ ਪਰ ਰਾਹੁਲ ਨੇ ਇੱਕ ਵਾਰ ਵੀ ਫੋਨ ਨੂੰ ਅਟੈਂਡ ਨਹੀਂ ਕੀਤਾ। ਸ਼ਾਮ ਲਾਲ ਜੀ ਨੂੰ ਚਿੰਤਾ ਹੋਣ ਲੱਗੀ। ਉਹ ਜਲਦੀ ਨਾਲ ਬੈੱਡ ਤੋਂ ਖੜੇ ਹੁੰਦੇ ਹੋਏ ਬੋਲੇ, ਪਤਾ ਨਹੀਂ ਕੀ ਗੱਲ ਹੋ ਗਈ ਹੈ। ਜਮਾਈ ਤਾਂ ਫੋਨ ਹੀ ਨਹੀਂ ਚੁੱਕ ਰਿਹਾ। ਤੂੰ ਜਲਦੀ ਨਾਲ ਤਿਆਰ ਹੋ ਜਾ, ਆਪਾਂ ਥੋੜੀ ਦੇਰ 'ਚ ਨਿਕਲਦੇ ਹਾਂ। ਸ਼ਾਮ ਜੀ ਦੇ ਕਹਿਣ ਤੇ ਉੱਤੇ ਸੰਗੀਤਾ ਜੀ ਫਟਾਫਟ ਤਿਆਰ ਹੋ ਗਈ। ਦੋਨੋਂ ਜਣੇ ਬਿਨਾਂ ਚਾਹ ਪੀਤੇ ਹੀ ਆਪਣੀ ਧੀ ਦੇ ਘਰ ਲਈ ਚਲੇ ਗਏ। ਹਾਲੇ 2 ਮਹੀਨੇ ਪਹਿਲਾਂ ਹੀ ਕਵਿਤਾ ਦਾ ਵਿਆਹ ਰਾਹੁਲ ਨਾਲ ਕੀਤਾ ਸੀ। ਆਪਣੇ ਵੱਲੋਂ ਦੇਖ ਪਰਖ ਕੇ ਰਿਸ਼ਤਾ ਕੀਤਾ ਸੀ। ਰਾਹੁਲ ਅੱਜ ਕੱਲ੍ਹ ਦੇ ਜ਼ਮਾਨੇ ਦਾ ਪੜ੍ਹਿਆ ਲਿਖਿਆ ਮੁੰਡਾ ਹੈ ਤੇ ਉੱਥੇ ਹੀ ਕਵਿਤਾ ਵੀ ਪੜ੍ਹੀ ਲਿਖੀ ਅਤੇ ਸੰਸਕਾਰੀ ਕੁੜੀ ਹੈ। ਪਰਿਵਾਰ ਦੇ ਨਾਲ ਮਿਲ ਜੁਲ ਕੇ ਚੱਲਣ 'ਚ ਵਿਸ਼ਵਾਸ ਕਰਦੀ ਹੈ। ਘਰ ਵਿੱਚ ਉਸ ਦੀ ਸੱਸ ਕਮਲਾ ਜੀ ਹੈ। ਜੇਠ ਤੇ ਜਠਾਣੀ ਵੀ ਨੇ ਪਰ ਉਹ ਤਾਂ ਬਾਹਰ ਰਹਿੰਦੇ ਨੇ। ਹਾਂ, ਇਹ ਗੱਲ ਹੈ ਕਿ ਪੱਗ ਫੇਰੇ ਦੀ ਰਸਮ ਤੋਂ ਬਾਅਦ ਹਾਲੇ ਤੱਕ ਉਹ ਪੇਕੇ ਨਹੀਂ ਆਈ। 2-3 ਵਾਰੀ ਸੋਚਿਆ ਕਿ ਉਸ ਨੂੰ ਫੋਨ ਕਰਕੇ ਮਿਲਾਈਏ ਪਰ ਹਰ ਵਾਰੀ ਉਸ ਦੀ ਸੱਸ ਕਹਿ ਦਿੰਦੀ ਸੀ ਕਿ ਅੱਜ ਤਾਂ ਇਹ ਲੋਕ ਘੁੰਮਣ ਜਾ ਰਹੇ ਨੇ। ਤਾਂ ਮਾਂ ਪਿਓ ਦੋਨੋਂ ਹੀ ਚੁੱਪ ਕਰ ਜਾਂਦੇ ਇਹ ਸੋਚ ਕੇ ਕਿ ਧੀ ਤਾਂ ਆਪਣੇ ਸਹੁਰੇ ਖੁਸ਼ ਹੈ। ਫਿਰ ਅੱਜ ਅਚਾਨਕ ਘਰ ਵਿੱਚ ਕੀ ਹੋ ਗਿਆ ਕਿ ਉਹਨਾਂ ਦੇ ਜਵਾਈ ਨੇ ਫੋਨ ਕਰਕੇ ਇੰਨੀ ਸਵੇਰੇ ਹੀ ਬੁਲਾ ਲਿਆ ਸੀ। ਸ਼ਾਮ ਜੀ ਤੇ ਸੰਗੀਤਾ ਜੀ ਆਪਸ ਵਿੱਚ ਅੰਦਾਜ਼ੇ ਲਾਉਂਦੇ ਜਾ ਰਹੇ ਸੀ। ਜਦੋਂ ਕਵਿਤਾ ਦੇ ਸਹੁਰੇ ਪਹੁੰਚੇ ਜੋ ਕਿ 20 ਮਿੰਟ ਦੀ ਦੂਰੀ ਤੇ ਹੀ ਸੀ, ਦੇਖਿਆ ਤਾਂ ਦਰਵਾਜ਼ਾ ਖੁੱਲ੍ਹਾ ਸੀ ਪਰ ਇਦਾਂ ਕਿਵੇਂ ਅੰਦਰ ਜਾ ਸਕਦੇ ਸੀ। ਇਸ ਲਈ ਡੋਰਬੈਲ ਵਜਾਈ। ਅੰਦਰ ਤੋਂ ਉਸ ਦੀ ਸੱਸ ਦੀ ਆਵਾਜ਼ ਆਈ, ਆ ਜਾਓ ਤੁਸੀਂ ਲੋਕ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਹਾਂ। ਆਵਾਜ਼ ਸੁਣ ਕੇ ਸ਼ਾਮ ਲਾਲ ਜੀ ਤੇ ਸੰਗੀਤਾ ਜੀ ਇੱਕ ਦੂਜੇ ਵੱਲ ਦੇਖਣ ਲੱਗੇ। ਫਿਰ ਦੋਨੋਂ ਅੰਦਰ ਚਲੇ ਗਏ। ਉਸ ਸਮੇਂ ਕਵਿਤਾ ਦੀ ਸੱਸ ਤੇ ਉਹਨਾਂ ਦਾ ਜਵਾਈ ਸੋਫੇ ਤੇ ਬੈਠੇ ਸੀ ਪਰ ਕਵਿਤਾ ਨਜ਼ਰ ਨਹੀਂ ਆ ਰਹੀ ਸੀ। ਉਹਨਾਂ ਨੇ ਇੱਧਰ ਉੱਧਰ ਦੇਖਿਆ ਤਾਂ ਉਸ ਦੀ ਸੱਸ ਨੇ ਉਹਨੂੰ ਬੁਲਾ ਰਹੇ ਹਾਂ, ਹਾਲੇ ਤੁਸੀਂ ਬਹਿ ਜਾਓ, ਅਸੀਂ ਆਪਸ ਵਿੱਚ ਜ਼ਰੂਰੀ ਗੱਲ ਕਰਨੀ ਆ। ਸ਼ਾਮ ਲਾਲ ਜੀ ਨੇ ਸੰਗੀਤਾ ਜੀ ਸੋਫੇ ਤੇ ਬੈਠ ਗਏ। ਸ਼ਾਮ ਲਾਲ ਜੀ ਨੇ ਆਪਣੇ ਜਮਾਈ ਰਾਹੁਲ ਵੱਲ ਦੇਖਿਆ। ਸ਼ਾਇਦ ਉਹ ਗੁੱਸੇ ਵਿੱਚ ਸੀ। ਨਾ ਹੀ ਉਸਨੇ ਕੋਈ ਪੈਰਾਂ ਨੂੰ ਹੱਥ ਲਾਇਆ, ਨਾ ਹੀ ਨਮਸਤੇ ਕੀਤੀ। ਉਹਨਾਂ ਨੂੰ ਬੜੀ ਹੈਰਾਨੀ ਹੋਈ। ਮਨ ਹੀ ਮਨ ਵਿੱਚ ਖਿਆਲ ਆ ਰਹੇ ਸੀ ਕਿ ਆਖਰ ਹੋਇਆ ਕੀ ਹੈ। ਇਹੀ ਹਾਲਤ ਸੰਗੀਤਾ ਜੀ ਦੀ ਵੀ ਸੀ। ਇੰਨੇ ਵਿੱਚ ਸ਼ਾਮ ਲਾਲ ਜੀ ਨੇ ਬੋਲਣਾ ਸ਼ੁਰੂ ਕੀਤਾ, ਕੀ ਗੱਲ ਹੈ ਜੀ, ਤੁਸੀਂ ਇੰਨੀ ਸਵੇਰੇ ਸਾਨੂੰ ਕਿਉਂ ਬੁਲਾਇਆ? ਕੀ ਗੱਲ ਹੋ ਗਈ? ਉਸ ਦੀ ਗੱਲ ਸੁਣ ਕੇ ਕਵਿਤਾ ਦੀ ਸੱਸ ਨੇ ਮੂੰਹ ਬਣਾਉਂਦੇ ਹੋਏ ਕਿਹਾ, ਇਹ ਤਾਂ ਆਪਣੀ ਧੀ ਨੂੰ ਪੁੱਛੋ, ਉਸਨੇ ਸਹੁਰਿਆਂ 'ਚ ਰਹਿਣਾ ਹੈ ਜਾਂ ਨਹੀਂ। ਉਹਨਾਂ ਦੀ ਗੱਲ ਸੁਣ ਕੇ ਸੰਗੀਤਾ ਜੀ ਘਬਰਾ ਗਈ ਤੇ ਆਪਣੇ ਦਿਲ ਤੇ ਹੱਥ ਰੱਖਦੇ ਹੋਏ ਬੋਲੀ, ਕੀ ਹੋ ਗਿਆ ਭੈਣ ਜੀ? ਕਵਿਤਾ ਨੇ ਕੁਝ ਕਹਿ ਦਿੱਤਾ ਕਿ? ਜੇ ਉਸ ਤੋਂ ਕੋਈ ਗਲਤੀ ਹੋ ਗਈ ਤਾਂ ਆਪਣੀ ਧੀ ਸਮਝ ਕੇ ਮਾਫ ਕਰ ਦਿਓ। ਕਵਿਤਾ ਦੀ ਸੱਸ ਨੇ ਕਿਹਾ, ਮਾਫ ਕਰਿਓ। ਜੇ ਮੇਰੀ ਧੀ ਇਦਾਂ ਦੀ ਗਲਤੀ ਕਰੇ ਮੈਂ ਤਾਂ ਉਸ ਦੀਆਂ ਲੱਤਾਂ ਤੋੜ ਦੇਵਾਂ। ਇਹ ਤਾਂ ਤੁਸੀਂ ਆਪਣੀ ਧੀ ਨੂੰ ਸਿਰ ਚੜਾਇਆ ਹੋਇਆ ਹੈ। ਆਪਣੀ ਗਲਤੀ ਮੰਨਣ ਦੀ ਜਗ੍ਹਾ ਉਸਨੇ ਤੁਹਾਨੂੰ ਫੋਨ ਲਾ ਦਿੱਤਾ। ਕਵਿਤਾ ਦੀ ਸੱਸ ਕੁਝ ਸੁਣਨ ਨੂੰ ਤਿਆਰ ਨਹੀਂ ਸੀ ਤੇ ਨਾ ਹੀ ਬਿਨਾਂ ਪੂਰੀ ਗੱਲ ਦੱਸੇ ਬਸ ਆਪਣੇ ਮਨ ਦੀ ਭੜਾਸ ਕੱਢੀ ਜਾ ਰਹੀ ਸੀ। ਉੱਥੇ ਹੀ ਸ਼ਾਮ ਲਾਲ ਜੀ ਤੇ ਸੰਗੀਤਾ ਜੀ ਸੋਚ ਰਹੇ ਸੀ ਕਿ ਆਖਰ ਕਵਿਤਾ ਨੇ ਉਹਨਾਂ ਨੂੰ ਫੋਨ ਕਿਉਂ ਕੀਤਾ ਅਤੇ ਕਦੋਂ ਕੀਤਾ। ਸੰਗੀਤਾ ਜੀ ਨੇ ਆਪਣੇ ਜਵਾਈ ਰਾਹੁਲ ਵੱਲ ਦੇਖਿਆ ਪਰ ਉਹ ਕੁਝ ਬੋਲ ਨਹੀਂ ਰਿਹਾ ਸੀ। ਇੰਨੇ ਵਿੱਚ ਹੀ ਸ਼ਾਮ ਲਾਲ ਜੀ ਨੇ ਕਵਿਤਾ ਦੀ ਸੱਸ ਨੂੰ ਕਿਹਾ, ਭੈਣ ਜੀ ਤੁਸੀਂ ਦੱਸ ਦਿਓ ਕੀ ਹੋ ਗਿਆ। ਫਿਰ ਕਵਿਤਾ ਨੇ ਅਜਿਹਾ ਕੀ ਕਰ ਦਿੱਤਾ ਤੇ ਨਾਲੇ ਉਸ ਨੂੰ ਬੁਲਾ ਦਿਓ, ਉਸ ਦੇ ਸਾਹਮਣੇ ਆਉਂਦੇ ਹੀ ਗੱਲ ਹੋ ਜਾਊਗੀ। ਉਸ ਦੀ ਸੱਸ ਨੇ ਕਿਹਾ, ਕੀ ਸਿਖਾਇਆ ਹੈ ਤੁਸੀਂ? ਉਸ ਨੂੰ ਮੇਰੇ ਪੱਲੇ ਬੰਨ੍ਹ ਦਿੱਤਾ, ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ।
ਇਦਾਂ ਦੀ ਔਰਤ ਜਿਸ ਨੂੰ ਆਪਣੇ ਘਰ ਵਾਲੇ ਦੀ ਬਿਲਕੁਲ ਫਿਕਰ ਨਹੀਂ। ਇੰਨੇ ਨੂੰ ਉਹਨਾਂ ਦਾ ਜਵਾਈ ਵਿੱਚ ਬੋਲ ਪਿਆ। ਉਸ ਨੂੰ ਇੰਨੀ ਉੱਚੀ ਬੋਲਦੇ ਦੇਖ ਸ਼ਾਮ ਲਾਲ ਜੀ ਖੜੇ ਹੋ ਗਏ। ਇੰਨੇ ਵਿੱਚ ਕਵਿਤਾ ਵੀ ਆਪਣੇ ਕਮਰੇ 'ਚੋਂ ਬਾਹਰ ਆ ਗਈ। ਕਵਿਤਾ ਨੂੰ ਦੇਖਦੇ ਹੀ ਸੰਗੀਤਾ ਜੀ ਦੀ ਚੀਕ ਨਿਕਲ ਗਈ ਸੀ। ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਜਦੋਂ ਉਹਨਾਂ ਨੇ ਕਵਿਤਾ ਦੇ ਵੱਲ ਦੇਖਿਆ। ਉਸਦੇ ਮੂੰਹ ਦੇ ਉੱਤੇ ਕੁੱਟ ਦੇ ਨਿਸ਼ਾਨ ਸੀ। ਸਾਫ਼ ਪਤਾ ਚੱਲ ਰਿਹਾ ਸੀ ਕਿ ਉਸ ਨੂੰ ਮਾਰਿਆ ਗਿਆ ਹੈ। ਕਵਿਤਾ, ਕੀ ਹੋਇਆ ਤੈਨੂੰ? ਇਹ ਸੱਟ ਦੇ ਨਿਸ਼ਾਨ ਕਿੱਦਾਂ ਹੋ ਗਏ? ਕੀ ਕੀਤਾ ਤੇਰੇ ਨਾਲ ਇਹਨਾਂ ਨੇ? ਸੰਗੀਤਾ ਜੀ ਨੇ ਰੋਂਦੇ ਹੋਏ ਆਪਣੀ ਧੀ ਵੱਲ ਦੇਖਿਆ ਤੇ ਉਸ ਨੂੰ ਬਾਹਾਂ ਵਿੱਚ ਲੈ ਲਿਆ। ਕਵਿਤਾ ਨੂੰ ਇਸ ਤਰ੍ਹਾਂ ਦੇਖ ਕੇ ਇੱਕ ਵਾਰ ਤਾਂ ਸ਼ਾਮ ਲਾਲ ਜੀ ਦਾ ਕਲੇਜਾ ਵੀ ਫਟ ਗਿਆ, ਪਰ ਹਿੰਮਤ ਕਰਕੇ ਉਹਨਾਂ ਨੇ ਆਪਣੇ ਜਵਾਈ ਨੂੰ ਕਿਹਾ, ਕੀ ਕੀਤਾ ਹੈ ਤੁਸੀਂ ਮੇਰੀ ਧੀ ਨਾਲ? ਰਾਹੁਲ ਨੇ ਕਿਹਾ, ਜੇ ਘਰ ਵਾਲਾ ਹੁੰਦਾ ਗੈਰ ਆਦਮੀ ਨਾਲ ਗੱਲ ਕਰੂਗੀ ਤਾਂ ਇਦਾਂ ਹੀ ਹੋਊਗਾ। ਅਜਿਹੀਆਂ ਔਰਤਾਂ ਨੂੰ ਕੰਟਰੋਲ ਵਿੱਚ ਰੱਖਣਾ ਪੈਂਦਾ ਹੈ। ਰਾਹੁਲ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਉਸ ਦੀ ਮਾਂ ਬੋਲ ਪਈ। ਉਸ ਦੀ ਗੱਲ ਸੁਣਦੇ ਹੀ ਸ਼ਾਮ ਲਾਲ ਜੀ ਅਤੇ ਸੰਗੀਤਾ ਜੀ ਗੁੱਸੇ ਵਿੱਚ ਆ ਗਏ। ਉਹਨਾਂ ਨੇ ਕਵਿਤਾ ਵੱਲ ਦੇਖਿਆ ਤੇ ਕਵਿਤਾ ਨੇ ਰੋਂਦੇ ਹੋਏ ਕਿਹਾ, ਪਾਪਾ, ਤੁਹਾਡਾ ਜਮਾਈ ਪਾਗਲ ਹੈ। ਦੇਖੋ ਕਿਸ ਤਰ੍ਹਾਂ ਉਸਨੇ ਮੈਨੂੰ ਮਾਰਿਆ ਹੈ। ਮੈਂ ਕਿਸੇ ਨਾਲ ਥੋੜਾ ਹੱਸ ਬੋਲ ਲਵਾਂ, ਭਾਵੇਂ ਉਹ ਆਦਮੀ ਹੋਵੇ ਜਾਂ ਔਰਤ, ਇਹ ਮੈਨੂੰ ਮਾਰਨ ਲੱਗ ਜਾਂਦਾ ਹੈ। ਕੋਠੇ ਤੇ ਬਾਲਕਨੀ ਵਿੱਚ ਇਕੱਲੀ ਖੜੀ ਹੋ ਗਈ ਤਾਂ 10-10 ਗੱਲਾਂ ਸੁਣਾਉਂਦਾ ਹੈ। ਸਭ ਦੇ ਸਾਹਮਣੇ ਮੇਰੇ ਤੇ ਹੱਥ ਚੁੱਕਦਾ। ਪੱਗ ਫੇਰੇ ਦੀ ਮੇਰੀ ਰਸਮ ਤੋਂ ਬਾਅਦ ਜਦੋਂ ਵੀਰਾ ਵਾਪਸ ਸ਼ਹਿਰ ਜਾ ਰਿਹਾ ਸੀ ਤਾਂ ਮੈਨੂੰ ਮਿਲਣ ਆ ਗਿਆ। ਉਸ ਸਮੇਂ ਵੀ ਇਸਨੇ ਮੈਨੂੰ ਥੱਪੜ ਮਾਰਿਆ ਤੇ ਕਿਹਾ, ਇਹ ਆਦਮੀ ਇੱਥੇ ਕੀ ਕਰ ਰਿਹਾ ਸੀ? ਇਹ ਕੀ ਕਰਨ ਆਇਆ ਸੀ? ਉਸ ਦੀ ਗੱਲ ਸੁਣ ਕੇ ਸੰਗੀਤਾ ਜੀ ਨੇ ਕਿਹਾ, ਤੂੰ 2 ਮਹੀਨਿਆਂ ਤੋਂ ਇਹ ਸਭ ਕੁਝ ਝੱਲ ਰਹੀ ਹੈ, ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕਵਿਤਾ ਨੇ ਕਿਹਾ, ਮਾਂ ਕਿੱਦਾਂ ਦੱਸਦੀ? ਇਹਨਾਂ ਨੇ ਮੈਥੋਂ ਫੋਨ ਲੈ ਲਿਆ ਸੀ। ਜਦੋਂ ਤੁਹਾਡਾ ਫੋਨ ਆਉਂਦਾ ਤਾਂ ਮੇਰੇ ਨੇੜੇ ਹੁੰਦੇ ਨੇ, ਮੈਨੂੰ ਬਿਲਕੁਲ ਵੀ ਇਕੱਲਾ ਨਹੀਂ ਛੱਡਦੇ। ਮੈਂ ਤੁਹਾਨੂੰ ਕਦੋਂ ਦੱਸਦੀ? ਇੱਥੋਂ ਤੱਕ ਕਿ ਮੈਨੂੰ ਪੇਕੇ ਤੱਕ ਨਹੀਂ ਆਉਣ ਦਿੰਦੇ ਤੇ ਮੇਰੀ ਸੱਸ ਵੀ ਆਪਣੇ ਪੁੱਤ ਦਾ ਸਾਥ ਦਿੰਦੀ ਹੈ। ਅੱਜ ਸਵੇਰੇ ਜਦੋਂ ਮੈਂ ਚਾਹ ਬਣਾ ਕੇ ਇਹਨਾਂ ਦੇ ਕਮਰੇ ਵਿੱਚ ਲੈ ਕੇ ਆਈ ਤਾਂ ਮੇਰਾ ਫੋਨ ਇਹਨਾਂ ਦੇ ਸਾਹਮਣੇ ਮੇਜ਼ ਤੇ ਰੱਖ ਦਿੱਤਾ। ਸ਼ਾਇਦ ਉਹਨਾਂ ਦੇ ਉੱਠਣ ਤੋਂ ਬਾਅਦ ਉਹਨਾਂ ਨੇ ਕੱਢ ਕੇ ਰੱਖਿਆ ਸੀ। ਮੈਂ ਆਪਣਾ ਫੋਨ ਹੱਥ ਵਿੱਚ ਇਦਾਂ ਹੀ ਲੈ ਲਿਆ। ਇਹ ਬਾਥਰੂਮ ਵਿੱਚੋਂ ਬਾਹਰ ਆਏ ਤੇ ਮੇਰੇ ਤੇ ਇਲਜ਼ਾਮ ਲਾਉਣ ਲੱਗੇ। ਮੈਂ ਉਹਨਾਂ ਦੀ ਪਿੱਠ ਪਿੱਛੇ ਕਿਸੇ ਨਾਲ ਗੱਲਾਂ ਕਰਦੀ ਹਾਂ। ਜਦੋਂ ਮੈਂ ਮਨਾ ਕੀਤਾ ਕਿ ਇਦਾਂ ਦੀ ਕੋਈ ਗੱਲ ਨਹੀਂ ਤਾਂ ਮੈਨੂੰ ਮਾਰਨ ਲੱਗੇ ਤੇ ਮੇਰਾ ਫੋਨ ਖੋਹ ਲਿਆ ਤੇ ਜ਼ਮੀਨ ਤੇ ਸੁੱਟ ਕੇ ਤੋੜ ਦਿੱਤਾ। ਮੈਂ ਕਿਹਾ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਫੋਨ ਕਰ ਦਿੱਤਾ ਹੈ। ਜਦੋਂ ਇਹਨਾਂ ਨੂੰ ਲੱਗਿਆ ਕਿ ਮੈਂ ਸੱਚਮੁੱਚ ਤੁਹਾਨੂੰ ਫੋਨ ਕੀਤਾ ਹੈ, ਉਦੋਂ ਜਾ ਕੇ ਇਹਨਾਂ ਨੇ ਤੁਹਾਨੂੰ ਫੋਨ ਕੀਤਾ। ਇਹਨਾਂ ਦੀਆਂ ਇਸੇ ਆਦਤਾਂ ਕਰਕੇ ਵੱਡਾ ਭਰਾ ਤੇ ਭਰਜਾਈ ਵੀ ਇੱਥੇ ਨਹੀਂ ਰਹਿੰਦੇ। ਮਾਂ, ਮੈਨੂੰ ਇੱਥੋਂ ਲੈ ਚੱਲੋ, ਮੈਂ ਨਹੀਂ ਇੱਥੇ ਰਹਿਣਾ। ਕਵਿਤਾ ਨੇ ਰੋਂਦੇ ਰੋਂਦੇ ਸਭ ਕੁਝ ਦੱਸ ਦਿੱਤਾ ਸੀ। ਉਸ ਦੀ ਸੱਸ ਨੇ ਕਿਹਾ, ਇਦਾਂ ਕਿਵੇਂ ਚਲੀ ਜਾਵੇਂਗੀ ਤੂੰ? ਇਸ ਘਰ ਦੀ ਨੂੰਹ ਹੈ, ਸਾਡੀ ਮਰਜ਼ੀ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਚੁੱਕ ਸਕਦੀ। ਸੰਗੀਤਾ ਜੀ ਨੇ ਕਿਹਾ, ਬਸ ਕਰੋ ਭੈਣ ਜੀ, ਬਹੁਤ ਬੋਲ ਲਿਆ ਤੁਸੀਂ। ਜਦੋਂ ਤੁਸੀਂ ਸਾਡੇ ਸਾਹਮਣੇ ਇੰਨਾ ਕੁਝ ਬੋਲ ਰਹੇ ਹੋ ਤਾਂ ਸਾਡੀ ਪਿੱਠ ਪਿੱਛੇ ਪਤਾ ਨਹੀਂ ਸਾਡੀ ਧੀ ਨਾਲ ਕੀ ਕਰਦੇ ਹੋਵੋਗੇ। ਹੁਣ ਕੀ ਤੁਹਾਡੇ ਤੋਂ ਇਜਾਜ਼ਤ ਲੈਣੀ ਬਾਕੀ ਰਹਿ ਗਈ ਹੈ? ਸੰਗੀਤਾ ਜੀ ਨੇ ਗੁੱਸੇ ਨਾਲ ਕਿਹਾ ਤੇ ਉਸ ਦੀ ਸੱਸ ਨੇ ਕਿਹਾ, ਜੇ ਇਸਨੇ ਘਰ ਤੋਂ ਕਦਮ ਬਾਹਰ ਰੱਖਿਆ ਤਾਂ ਇਸ ਘਰ ਦੇ ਦਰਵਾਜ਼ੇ ਇਸ ਲਈ ਹਮੇਸ਼ਾ ਲਈ ਬੰਦ ਹੋ ਜਾਣਗੇ। ਫਿਰ ਆਪਣੇ ਘਰ 'ਚ ਹੀ ਬਿਠਾ ਕੇ ਰੱਖਿਓ। ਜਦੋਂ ਇਹ ਗੱਲ ਰਾਹੁਲ ਨੇ ਆਪਣੀ ਸੱਸ ਯਾਨੀ ਕਿ ਕਵਿਤਾ ਦੀ ਮਾਂ ਨੂੰ ਕਹੀ ਤਾਂ ਸ਼ਾਮ ਲਾਲ ਜੀ ਨੂੰ ਬਹੁਤ ਗੁੱਸਾ ਆ ਗਿਆ। ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਕਿਹਾ, ਖਬਰਦਾਰ, ਜੇ ਇੰਨੀ ਦੇਰ ਤੋਂ ਬਰਦਾਸ਼ਤ ਕਰ ਰਹੇ ਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਬੋਲਣਾ ਨਹੀਂ ਆਉਂਦਾ। ਆਪਣੀ ਉਂਗਲੀ ਨੂੰ ਨੀਚੇ ਕਰ ਲੈ। ਜਦ ਤੂੰ ਆਪਣੀ ਸੱਸ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਹੈ ਤਾਂ ਤੂੰ ਕਿੰਨਾ ਕੁ ਲਾਇਕ ਹੈ ਦਿਸ ਹੀ ਰਿਹਾ ਹੈ। ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਧੀ ਤੇ ਹੱਥ ਚੁੱਕਣ ਦੀ? ਸ਼ਾਮ ਲਾਲ ਜੀ ਨੇ ਕਿਹਾ ਤਾਂ ਰਾਹੁਲ ਉਹਨਾਂ ਵੱਲ ਗੁੱਸੇ ਨਾਲ ਦੇਖਣ ਲੱਗਿਆ ਤੇ ਕਹਿਣ ਲੱਗਿਆ, ਇਹ ਮੇਰੀ ਘਰਵਾਲੀ ਹੈ, ਮੇਰਾ ਵਿਆਹ ਇਸ ਦੇ ਨਾਲ ਹੋ ਗਿਆ ਹੈ, ਹੁਣ ਇਸ ਦੇ ਉੱਤੇ ਮੇਰਾ ਹੱਕ ਹੈ। ਮੈਂ ਜੋ ਮਰਜ਼ੀ ਕਰਾਂ, ਤੁਸੀਂ ਇਸ ਤੋਂ ਕੀ ਲੈਣਾ ਹੈ? ਤੁਸੀਂ ਇਸ ਦਾ ਕੰਨਿਆਦਾਨ ਕੀਤਾ ਹੈ, ਹੁਣ ਮੈਂ ਇਹਦੇ ਨਾਲ ਕੁਝ ਵੀ ਕਰਾਂ, ਤੁਸੀਂ ਹੁੰਦੇ ਕੌਣ ਹੋ ਵਿੱਚ ਬੋਲਣ ਵਾਲੇ? ਜਿੱਦਾਂ ਇੱਕ ਪਲਾਟ ਦੀ ਰਜਿਸਟਰੀ ਹੋਣ ਤੇ ਉਸ ਦਾ ਮਾਲਕ ਬਦਲ ਜਾਂਦਾ, ਉੱਦਾਂ ਹੀ ਜਦੋਂ ਧੀ ਦਾ ਵਿਆਹ ਹੋ ਜਾਂਦਾ ਤਾਂ ਉਸ ਦੇ ਹੱਕਦਾਰ ਬਦਲ ਜਾਂਦੇ ਨੇ। ਹੁਣ ਤੁਹਾਡੀ ਧੀ ਤੇ ਸਿਰਫ ਮੇਰਾ ਹੱਕ ਹੈ। ਤੁਹਾਡਾ ਕੰਮ ਵਿਆਹ ਤੋਂ ਪਹਿਲਾਂ ਤੱਕਦਾ ਸੀ, ਤੁਹਾਨੂੰ ਸਾਡੇ ਵਿੱਚ ਬੋਲਣ ਦੀ ਕੋਈ ਲੋੜ ਨਹੀਂ। ਰਾਹੁਲ ਨੇ ਬੜੀ ਬੇਸ਼ਰਮੀ ਨਾਲ ਕਿਹਾ। ਇਹ ਗੱਲ ਸੁਣ ਕੇ ਸ਼ਾਮ ਲਾਲ ਜੀ ਨੂੰ ਹੋਰ ਵੀ ਗੁੱਸਾ ਆ ਗਿਆ ਤੇ ਉਹਨਾਂ ਨੇ ਚੀਕਦੇ ਹੋਏ ਕਿਹਾ, ਅਸੀਂ ਆਪਣੀ ਧੀ ਦਾ ਵਿਆਹ ਕੀਤਾ ਹੈ, ਧੀ ਵੇਚੀ ਨਹੀਂ ਹੈ। ਵਿਆਹ ਤੋਂ ਬਾਅਦ ਵੀ ਇਹ ਮੇਰੀ ਧੀ ਹੈ, ਕੋਈ ਪਲਾਟ ਜਾਂ ਮਕਾਨ ਨਹੀਂ ਜਿਸ ਨਾਲ ਵਿਆਹ ਕਰਦੇ ਹੀ ਤੇਰਾ ਹੱਕ ਹੋ ਗਿਆ। ਇੱਕ ਔਰਤ ਤੇ ਪਲਾਟ ਵਿੱਚ ਫਰਕ ਹੁੰਦਾ ਹੈ। ਤੇਰੀ ਕਿੰਨੀ ਗੰਦੀ ਸੋਚ ਹੈ। ਅਫਸੋਸ ਹੁੰਦਾ ਕਿ ਮੈਂ ਤੈਨੂੰ ਆਪਣੀ ਧੀ ਦੇ ਲਾਇਕ ਸਮਝਿਆ, ਪਰ ਮੈਂ ਭੁੱਲ ਗਿਆ ਸੀ ਕਿ 2-3 ਮੁਲਾਕਾਤਾਂ ਵਿੱਚ ਕਿਸੇ ਦੇ ਅੰਦਰ ਦੀ ਗੰਦਗੀ ਨਹੀਂ ਦਿਸਦੀ, ਸਿਰਫ ਉਹੀ ਦਿਖਦਾ ਜੋ ਸਾਹਮਣੇ ਦਿਖਾਇਆ ਜਾਂਦਾ। ਤੇ ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰ ਦਿੱਤਾ, ਪਰ ਹੁਣ ਮੈਂ ਆਪਣੀ ਧੀ ਨੂੰ ਇੱਥੇ ਇੱਕ ਪਲ ਨਹੀਂ ਰਹਿਣ ਦੇਵਾਂਗਾ।
ਸ਼ਾਮ ਲਾਲ ਜੀ ਨੇ ਬਹੁਤ ਗੁੱਸੇ ਵਿੱਚ ਕਿਹਾ ਤੇ ਗੁੱਸੇ ਵਿੱਚ ਹੀ ਉਹ ਕਵਿਤਾ ਨੂੰ ਲੈ ਕੇ ਉੱਥੋਂ ਚਲੇ ਗਏ। ਸਭ ਤੋਂ ਪਹਿਲਾਂ ਉਹ ਪੁਲਿਸ ਸਟੇਸ਼ਨ ਗਏ ਅਤੇ ਕਵਿਤਾ ਨੂੰ ਲੈ ਕੇ FIR ਲਿਖਵਾਈ ਅਤੇ ਉਸ ਦੀ ਸੱਸ ਤੇ ਘਰ ਵਾਲੇ ਖਿਲਾਫ ਕੇਸ ਦਰਜ ਕਰ ਦਿੱਤਾ। ਕਵਿਤਾ ਦੀ ਹਾਲਤ ਨੂੰ ਦੇਖਦੇ ਹੋਏ ਪੁਲਿਸ ਨੇ ਵੀ ਐਕਸ਼ਨ ਲੈ ਲਿਆ ਅਤੇ ਰਾਹੁਲ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿੱਤਾ। ਕੁਝ ਦਿਨਾਂ ਬਾਅਦ ਤਲਾਕ ਦੀ ਅਰਜ਼ੀ ਦੇ ਦਿੱਤੀ ਗਈ, ਜਿਸ ਦੇ ਨਾਲ ਜਲਦ ਹੀ ਕਵਿਤਾ ਨੂੰ ਤਲਾਕ ਮਿਲ ਜਾਵੇ। ਤਾਂ ਦੋਸਤੋ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖ ਮਿਲਦੀ ਹੈ ਕਿ ਕਦੇ ਵੀ ਆਪਣੇ ਪਰਿਵਾਰ ਵਿੱਚ ਹੋਣ ਵਾਲੇ ਵਿਆਹ ਦੇ ਵਕਤ ਜਿਸ ਪਰਿਵਾਰ ਵਿੱਚ ਤੁਸੀਂ ਰਿਸ਼ਤਾ ਜੋੜ ਰਹੇ ਹੋ, ਉਸ ਪਰਿਵਾਰ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਦੇ ਵੀ ਐਵੇਂ ਦੇ ਕੰਮਾਂ ਵਿੱਚ ਸਾਨੂੰ ਕਾਹਲੀ ਨਹੀਂ ਵਰਤਣੀ ਚਾਹੀਦੀ, ਕਿਉਂਕਿ ਇਸ ਦੇ ਨਤੀਜੇ ਸਹੀ ਨਹੀਂ ਨਿਕਲਦੇ। ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਸਾਨੂੰ ਹਰ ਫੈਸਲਾ ਸੋਚ ਵਿਚਾਰ ਕੇ ਲੈਣਾ ਚਾਹੀਦਾ ਹੈ। ਕੋਈ ਵੀ ਫੈਸਲਾ ਲਵੋ, ਚਾਹੇ ਉਹ ਇੱਕ ਕੁੜੀ ਦਾ ਹੋਵੇ ਜਾਂ ਮੁੰਡੇ ਦਾ, ਦੋ ਪਰਿਵਾਰਾਂ ਦੇ ਭਵਿੱਖ ਤੇ ਅਸਰ ਪੈਂਦਾ, ਇਸ ਲਈ ਜ਼ਰੂਰ ਸੋਚਣਾ ਚਾਹੀਦਾ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਹਮੇਸ਼ਾ ਮੁੰਡੇ ਵਾਲੇ ਹੀ ਗਲਤ ਹੁੰਦੇ ਨੇ ਜਾਂ ਫਿਰ ਮੁੰਡੇ ਹੀ ਗਲਤ ਹੁੰਦੇ ਨੇ, ਪਰ ਅੱਜ ਦੇ ਸਮੇਂ ਵਿੱਚ ਇਹ ਪਰੇਸ਼ਾਨੀ ਕੁੜੀ ਦੇ ਘਰ ਵਾਲਿਆਂ ਤੋਂ ਵੀ ਆ ਸਕਦੀ ਹੈ। ਇਸ ਲਈ ਵਿਆਹ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਣਕਾਰੀ ਲਓ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਓ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ ਤਾਂ ਜੋ ਕਹਾਣੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।